ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ, ਧੰਨ ਧੰਨ ਬਾਬਾ ਨੂਰ ਸਿੰਘ ਸਾਹਿਬ ਜੀ, ਸਮੂਹ ਸ਼ਹੀਦ ਸਿੰਘ ਫੌਜਾਂ ਤਿੰਨਾਂ ਦੇ ਚਰਨਾਂ ਕਮਲਾਂ ਵਿੱਚ ਨਮਸਕਾਰ ਹੈ। ਸਤਿਗੁਰੂ ਦੀਨ ਦੁਨੀ ਦੇ ਪਾਤਸ਼ਾਹ ਤੀਜੇ ਨਾਨਕ ਜਗਤ ਗੁਰੂ ਸੁਆਮੀ ਧੰਨ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ, ਜਿਨ੍ਹਾਂ ਦੇ ਭਾਈ ਕੱਲ੍ਹ ਦੀ ਇੱਕ ਸਾਖੀ ਭਾਈ ਮਾਨਕ ਜੀ ਵਾਲੀ ਆਪਾਂ ਸਾਂਝੀ ਕੀਤੀ ਸੀ। ਸੋ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਕਮਲਾਂ ਵਿੱਚ ਭੱਟ ਪਹੁੰਚੇ। ਉਹਨਾਂ ਦੇ ਵਿੱਚ ਖਾਲਸਾ ਜੀ ਭਗਤ ਨਲ ਜੀ, ਜਿਹੜੇ ਭੱਟ ਨਲ ਜੀ ਸਨ, ਉਹਨਾਂ ਨੇ ਮਹਾਰਾਜ ਦੀ ਮਹਿਮਾ ਕਰਨੀ ਕੀਤੀ ਕਿ ਤੁਸੀਂ ਸੱਚੇ ਪਾਤਸ਼ਾਹ ਸਾਡੀ ਲਾਜ ਰੱਖਣ ਵਾਲੇ ਹੋ। ਧੰਨ ਗੁਰੂ ਅਮਰਦਾਸ ਮਹਾਰਾਜ ਜੀ, ਤੁਹਾਡੇ ਤੋਂ ਬਿਨਾਂ ਕੋਈ ਲਾਜ ਰੱਖਣ ਵਾਲਾ ਨਹੀਂ, ਤੁਸੀਂ ਦਾਸਾਂ ਨੂੰ ਨਵਾਜਣ ਵਾਲੇ ਹੋ। ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਭਾਈ ਭੱਟ ਜੀ ਕਹਿੰਦੇ ਨੇ, ਅਬ ਰਾਖੋ ਦਾਸ ਭਾਟ ਕੀ ਲਾਜ, ਜੈਸੀ ਰਾਖੀ ਲਾਜ ਭਗਤ ਪ੍ਰਹਿਲਾਦ ਕੀ, ਹਰਨਾਕਸ਼ ਫਾਰੇ ਕਰ ਆਜ। ਜਿਵੇਂ ਖਾਲਸਾ ਜੀ ਭਗਤ ਪ੍ਰਹਿਲਾਦ ਜੀ ਨੂੰ ਮਹਾਰਾਜ ਅਕਾਲ ਪੁਰਖ ਵਾਹਿਗੁਰੂ ਜੀਆਂ ਨੇ ਰੱਖਣਾ ਕੀਤਾ ਹੈ, ਥੰਮ ਪਾੜ ਕੇ ਨਰ ਸਿੰਘ ਰੂਪ ਧਾਰ ਕੇ ਖਾਲਸਾ ਜੀ ਹਰਨਾਕਸ਼ ਨੂੰ ਨੌਹਾਂ ਨਾਲ ਪਾੜ ਦਿੱਤਾ ਤੇ ਆਪਣੇ ਭਗਤ ਪ੍ਰਹਿਲਾਦ ਦੀ ਰੱਖਿਆ ਕੀਤੀ, ਜਿਨ੍ਹਾਂ ਦੀ ਉਮਰ ਸਿਰਫ 5 ਸਾਲ ਦੀ ਸੀ। ਸੋ ਮਹਾਰਾਜ ਸੱਚੇ ਪਾਤਸ਼ਾਹ ਨੂੰ ਜਿਨ੍ਹਾਂ ਜਿਨ੍ਹਾਂ ਧਿਆਇਆ ਹੈ ਖਾਲਸਾ ਜੀ, ਤਿੰਨਾਂ ਦੀ ਮਹਾਰਾਜ ਨੇ ਰੱਖਿਆ ਕੀਤੀ ਹੈ। ਸਤਿਗੁਰੂ ਜੀਆਂ ਨੇ ਤਿੰਨਾਂ ਨੂੰ ਗਿਆਨ ਬਖਸ਼ਿਆ, ਆਨੰਦ ਬਖਸ਼ਿਆ। ਮਹਾਰਾਜ ਨੇ ਆਪਣੇ ਚਰਨਾਂ ਕਮਲਾਂ ਦੀ ਸੋਝੀ ਉਹਨਾਂ ਨੂੰ ਬਖਸ਼ੀ। ਜਿਹੜੇ ਪਰਮੇਸ਼ਰ ਨੂੰ ਧਿਆਉਂਦੇ ਨੇ ਉਹਨਾਂ ਦੇ ਕਾਜ ਕਿਉਂ ਨਹੀਂ ਸਵਰਦੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਜੋ ਜਨ ਤੁਮਰੀ ਭਗਤ ਕਰਨ ਤੇ ਤਿਨ ਕੇ ਕਾਜ ਸਵਾਰਤਾ। ਜਿਹੜੇ ਉਸ ਪਰਮੇਸ਼ਰ ਦੀ ਭਗਤੀ ਕਰਦੇ ਨੇ, ਅੰਮ੍ਰਿਤ ਵੇਲੇ ਜਾ ਕੇ ਬਾਣੀ ਪੜ੍ਹਦੇ ਨੇ, ਨਾਮ ਜਪਦੇ ਨੇ, ਵਾਹਿਗੁਰੂ ਵਾਹਿਗੁਰੂ ਮੁਖੋਂ ਚਿੱਤੈ ਪੈਰ, ਭਾਈ ਯਾਦ ਕਰਦੇ ਨੇ, ਅੱਠੇ ਪੈਰ ਮਹਾਰਾਜ ਨੂੰ ਯਾਦ ਰੱਖਦੇ ਨੇ, ਉਹਨਾਂ ਦੇ ਕਾਜ ਆਪਣੇ ਆਪ ਸੁਤੇ ਸਿੱਧ ਹੁੰਦੇ ਨੇ। ਜੇ ਸਾਡੇ ਕਾਜ ਨਹੀਂ ਹੋ ਰਹੇ, ਸਾਡੇ ਘਰਾਂ 'ਚੋਂ ਦੁੱਖ ਨਹੀਂ ਨਿਕਲ ਰਿਹਾ, ਜੇ ਸਾਡਾ ਮਨ ਇਕਾਗਰ ਨਹੀਂ ਹੋ ਰਿਹਾ, ਇਹਦਾ ਮਤਲਬ ਇਹ ਹੈ ਸਤਿਗੁਰ ਦੀ ਬਾਣੀ ਪੜ੍ਹਦੇ ਹਾਂ, ਸਾਡਾ ਮਨ ਨਹੀਂ ਜੁੜਦਾ, ਸਾਡਾ ਮਨ ਨਹੀਂ ਕਰਦਾ। ਅਸੀਂ ਦੁਚਿੱਤੀ ਵਿੱਚ ਪੈ ਕੇ ਬਾਣੀ ਪੜ੍ਹਦੇ ਹਾਂ, ਉੱਪਰੋਂ ਬਾਣੀ ਪੜ੍ਹਦੇ ਹਾਂ, ਪਰ ਖਾਲਸਾ ਜੀ ਜਦੋਂ ਮੀਂਹ ਦੀ ਕਣੀ ਧਰਤੀ ਦੇ ਡੂੰਘੇ ਚਲੀ ਜਾਂਦੀ ਹੈ ਨਾ, ਤੇ ਉੱਥੋਂ ਕਈ ਪ੍ਰਕਾਰ ਦੇ ਜਿਹੜੇ ਫਲ ਹੁੰਦੇ, ਕਈ ਪ੍ਰਕਾਰ ਦੇ ਜਿਹੜੇ ਰੁੱਖ ਹੁੰਦੇ, ਕਈ ਪ੍ਰਕਾਰ ਦੀ ਬਨਸਪਤੀ ਹੁੰਦੀ, ਆਪਣੇ ਆਪ ਉਗੜ ਕੇ ਬਾਹਰ ਆ ਜਾਂਦੀ। ਭਾਵੇਂ ਬੀਜ ਕਿੰਨੇ ਸਮੇਂ ਦਾ ਪਿਆ ਹੋਵੇ, ਪਰ ਜਦੋਂ ਉੱਥੋਂ ਪਾਣੀ ਦੀ ਬੂੰਦ ਉੱਥੇ ਪਹੁੰਚ ਜਾਂਦੀ ਹੈ ਨਾ, ਉਸੇ ਵੇਲੇ ਉਹ ਜਿਹੜਾ ਪਿਆ ਹੋਇਆ ਬੀਜ ਹੈ ਨਾ, ਉਹ ਆਪਣੇ ਆਪ ਧਰਤੀ ਦੀ ਹਿੱਕ ਪਾੜ ਕੇ ਬਾਹਰ ਨਿਕਲ ਆਉਂਦਾ। ਸੋ ਇਸੇ ਤਰ੍ਹਾਂ ਮਹਾਰਾਜ ਦਾ ਨਾਮ ਹੈ, ਜਿਹੜਾ ਸਤਿਗੁਰੂ ਦੇ ਨਾਮ ਨੂੰ ਭਾਈ ਅੱਠੇ ਪੈਰ ਧਿਆਉਂਦਾ ਹੈ, ਅੰਮ੍ਰਿਤ ਵੇਲੇ ਕੇਸੀ ਇਸ਼ਨਾਨ ਕਰਕੇ ਸਤਿਗੁਰੂ ਜੀਆਂ ਦੀ ਆਰਾਧਨਾ ਕਰਦਾ ਹੈ, ਮੁੱਖੋਂ ਭਾਈ ਇਕਾਗਰ ਚਿੱਤ ਹੋ ਕੇ ਵਾਹਿਗੁਰੂ ਵਾਹਿਗੁਰੂ ਦਾ ਆਰਾਧਨ ਕਰਦਾ ਹੈ, ਉਹ ਇੱਕ ਨਾ ਇੱਕ ਦਿਨ ਖਾਲਸਾ ਜੀ ਹਿਰਦੇ ਦੇ ਵਿੱਚ ਨਾਮ ਜ਼ਰੂਰ ਫੁੱਟੇਗਾ। ਜਿਸ ਦਿਨ ਉਹ ਨਾਮ ਦਾ ਬੀਜ ਹਿਰਦੇ ਵਿੱਚ ਫੁੱਟਿਆ, ਖਾਲਸਾ ਜੀ ਰੋਮ ਰੋਮ ਦੇ ਵਿੱਚ ਮਹਾਰਾਜ ਦਾ ਨਾਮ ਦਾ ਵਾਸਾ ਹੋ ਜਾਂਦਾ ਹੈ। ਅੱਖਾਂ ਜਿਹੜੀਆਂ ਨੇ ਉਹ ਪਰਮੇਸ਼ਰ ਦੀ ਰਜਾ ਨੂੰ ਤੱਕਣ ਲੱਗ ਪੈਂਦੀਆਂ ਨੇ, ਕੰਨ ਜਿਹੜੇ ਨੇ ਪਰਮੇਸ਼ਰ ਦੇ ਗੁਣਾਂ ਨੂੰ ਗਾਉਣ ਲੱਗ ਪੈਂਦੇ ਨੇ, ਸੁਣਨ ਲੱਗ ਪੈਂਦੇ ਨੇ, ਰਸਨਾ ਮਹਾਰਾਜ ਦੇ ਗੁਣਾਂ ਨੂੰ ਗਾਉਣ ਲੱਗ ਪੈਂਦੀ ਹੈ। ਸਰੀਰ ਜਿਹੜਾ ਧਰਮੀ ਬਣ ਜਾਂਦਾ ਤੇ ਧਰਮ ਦੇ ਕੰਮ ਕਰਨ ਲੱਗ ਪੈਂਦਾ ਹੈ। ਸੋ ਖਾਲਸਾ ਜੀ ਇਵੇਂ ਸੁਰਤੀ ਪਰਮੇਸ਼ਰ ਨਾਲ ਜੁੜਦੀ ਹੈ। ਜੇ ਉਦਮ ਵੀ ਨਹੀਂ ਕਰਨਾ, ਬਾਣੀ ਵੀ ਨਹੀਂ ਪੜ੍ਹਨੀ, ਇਹ ਕਹਿ ਦੇਣਾ ਕਿ ਬਾਬਾ ਜੀ ਸਾਡੇ ਘਰੋਂ ਦੁੱਖ ਨਿਕਲ ਜਾਣ, ਭਾਈ ਸਾਹਿਬ ਸਾਡੇ ਘਰੋਂ ਦੁੱਖ ਨਿਕਲ ਜਾਣ, ਸੌਖੀ ਸਾਰੇ ਆ ਜਾਣ, ਅਹੇ ਵਾਹਿਗੁਰੂ ਜੀ ਤੁਸੀਂ ਕਰਦੇ ਕੀ ਹੋ? ਅਸੀਂ ਮਹਾਰਾਜ ਅਸੀਂ ਕੁਝ ਨਹੀਂ ਕਰਦੇ, ਸਾਡੇ ਕੋਲ ਉੱਠਿਆ ਨਹੀਂ ਜਾਂਦਾ, ਸਾਡੇ ਕੋਲ ਬਾਣੀ ਨਹੀਂ ਪੜ੍ਹੀ ਜਾਂਦੀ, ਸਾਡੇ ਕੋਲ ਸੇਵਾ ਨਹੀਂ ਹੁੰਦੀ, ਸਾਡੇ ਕੋਲ ਟਾਈਮ ਨਹੀਂ ਹੁੰਦਾ, ਅਸੀਂ ਭਾਈ ਬਾਣੀ ਨਹੀਂ ਪੜ੍ਹ ਸਕਦੇ, ਤੁਸੀਂ ਕਿਰਪਾ ਕਰੋ ਵੀ ਤੁਸੀਂ ਕੁਝ ਰਾਹ ਦੱਸੋ। ਭਾਈ ਸਤਿਗੁਰਾਂ ਜੀ ਨੇ ਰਾਹ ਦੱਸਿਆ ਕਿ ਬਾਣੀ ਸੁਣਨ ਨਾਲ ਸਭੇ ਦੁੱਖ ਭੱਜ ਜਾਂਦੇ ਨੇ। ਮੈਂ ਵਾਰ-ਵਾਰ ਇੱਕੋ ਪੰਕਤੀ ਨੂੰ ਬੋਲਦਾ ਹਾਂ ਕਿ ਸਤਿਗੁਰੂ ਜੀ ਦੀ ਇਹ ਪੰਕਤੀ ਸਾਡੇ ਹਿਰਦੇ ਵਿੱਚ ਵਸ ਜਾਵੇ, ਸਾਨੂੰ ਸਮਝ ਆ ਜਾਵੇ। ਮਹਾਰਾਜ ਕਹਿੰਦੇ, ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ। ਇਹ ਪਰਮੇਸ਼ਰ ਦੀ ਬਣਾਈ ਹੋਈ ਬਾਣੀ, ਧੁਰ ਤੋਂ ਆਈ ਹੋਈ ਸੱਚੀ ਬਾਣੀ ਨੂੰ ਜਿਹੜਾ ਸੁਣਦਾ ਹੈ, ਜਿਹੜਾ ਆਰਾਧਨ ਕਰਦਾ, ਚਿੰਤਨ ਕਰਦਾ ਹੈ, ਮਹਾਰਾਜ ਕਹਿੰਦੇ ਉਹਦੇ ਦੁੱਖ ਵੀ ਦੂਰ ਹੁੰਦੇ ਨੇ, ਰੋਗ ਵੀ ਦੂਰ ਹੁੰਦੇ ਨੇ, ਤੇ ਸੰਤਾਪ ਵੀ ਜਿਹੜੇ ਮਨ ਨੂੰ ਚਿੰਬੜੇ ਹੋਏ ਸਾਰੇ ਦੂਰ ਹੁੰਦੇ ਨੇ। ਸੋ ਖਾਲਸਾ ਜੀ ਅੱਗੇ ਮਹਾਰਾਜ ਦੀ ਉਸਤਤੀ ਵਿੱਚ ਕਹਿੰਦੇ ਨੇ ਭਾਈ ਭੱਟ ਸਾਹਿਬਾਨ ਕਿ ਧੰਨ ਗੁਰੂ ਅਮਰਦਾਸ ਮਹਾਰਾਜ ਸਾਡੀ ਲਾਜ ਰੱਖੋ, ਸਾਡੇ ਤੇ ਕਿਰਪਾ ਕਰੋ। ਕਿਵੇਂ ਕਰੋ? ਮਹਾਰਾਜ ਦੇ ਚਰਨਾਂ ਵਿੱਚ ਕਹਿੰਦੇ, ਫੁਨ ਦ੍ਰੋਪਦੀ ਲਾਜ ਰੱਖੀ ਹਰ ਪ੍ਰਭ ਜੀ, ਸ਼ੀਨਤ ਬਸਤਰ ਦੀਨ ਬਹੁ ਸਾਜ। ਜਿਵੇਂ ਖਾਲਸਾ ਜੀ ਦ੍ਰੋਪਦੀ ਦੀ ਲਾਜ ਭਗਵਾਨ ਕ੍ਰਿਸ਼ਨ ਜੀ ਨੇ ਰੱਖਣਾ ਕੀਤੀ ਸੀ, ਉਵੇਂ ਮਹਾਰਾਜ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਡੀ ਲਾਜ ਰੱਖੋ, ਸਾਡੇ ਪਰਦੇ ਕੱਜੋ। ਅਸੀਂ ਕਈ ਪ੍ਰਕਾਰ ਦੇ ਪਾਪ ਸਤਿਗੁਰੂ ਜੀ ਮਨ ਵਿੱਚ ਕਰਦੇ ਹਾਂ, ਤਨ ਕਰਕੇ ਕਰਦੇ ਹਾਂ, ਏਡੇ ਵੱਡੇ ਪਾਪੀ ਹਾਂ ਖਾਲਸਾ ਜੀ। ਸੋ ਮਹਾਰਾਜ ਸੱਚੇ ਪਾਤਸ਼ਾਹ ਕੋਲੇ ਐਵੇਂ ਅਰਜ਼ਾਂ ਕਰੀਏ, ਸਤਿਗੁਰੂ ਜੀ ਲਾਜ ਰੱਖਣਗੇ। ਖਾਲਸਾ ਜੀ ਜਿਹੜੀ ਦ੍ਰੋਪਦੀ ਸੀ, ਇਹ ਪਾਂਡਵਾਂ ਦੀ ਪਤਨੀ ਸੀ।
ਤੇ ਜਦੋਂ ਇਹ ਛੋਟੀ ਸੀ, ਕੁਆਰੀ ਸੀ, ਉਸ ਵੇਲੇ ਇਹ ਆਪਣੀਆਂ ਸਹੇਲੀਆਂ ਦੇ ਨਾਲ ਖੇਡਦੀ ਸੀ, ਹੱਸਦੀ ਖੇਡਦੀ ਇੱਕ ਨਦੀ ਦੇ ਕਿਨਾਰੇ ਪਹੁੰਚੀ ਤੇ ਨਦੀ ਤੇ ਖਾਲਸਾ ਜੀ ਦਰਬਾਰ ਸ਼ਾਹ ਰਿਸ਼ੀ ਸੀ ਜਿਹੜਾ ਉਹ ਇਸ਼ਨਾਨ ਕਰਦਾ ਪਿਆ ਸੀ ਨਦੀ ਵਿੱਚ। ਸੋ ਖਾਲਸਾ ਜੀ ਉਸ ਵੇਲੇ ਜਿਹੜੇ ਸਾਧੂ ਹੁੰਦੇ ਸੀ ਇਹ ਜ਼ਿਆਦਾਤਰ ਲੰਗੋਟ ਲਾ ਕੇ ਰੱਖਦੇ ਸੀ। ਜਦੋਂ ਇਹ ਇਸ਼ਨਾਨ ਕਰਦਾ ਸੀ ਪਾਣੀ ਦੇ ਵਹਾਅ ਤੇਜ਼ ਕਰਕੇ ਉਹਦੀ ਲੰਗੋਟੀ ਖੁੱਲ੍ਹ ਗਈ ਤੇ ਉਹ ਨਗਨ ਹੋ ਗਿਆ ਪਾਣੀ ਦੇ ਅੰਦਰ। ਉਹਨੇ ਫਿਰ ਉੱਥੋਂ ਪੁਕਾਰ ਕੀਤੀ ਕਿ ਮੇਰੀਓ ਬੱਚੀਓ, ਮੇਰੀਓ ਧੀਓ, ਕੋਈ ਆਪਣੀ ਚੁੰਨੀ ਦਾ ਪੱਲਾ ਪਾੜ ਕੇ ਕਿਸੇ ਪ੍ਰਕਾਰ ਕੋਈ ਕੱਪੜਾ ਵਿੱਚ ਸਿੱਟੋ ਤੇ ਮੈਂ ਉਹ ਆਪਣੇ ਕੱਪੜੇ ਨਾਲ ਆਪਣਾ ਤਨ ਕੱਜ ਕੇ ਬਾਹਰ ਆ ਸਕਾਂ। ਸੋ ਖਾਲਸਾ ਜੀ ਬਾਕੀ ਜਿਹੜੀਆਂ ਸੀਗੀਆਂ ਇਸਤਰੀਆਂ, ਉਹ ਬੱਚੀਆਂ, ਉਹ ਸਾਰੀਆਂ ਹੱਸਣ ਲੱਗ ਪਈਆਂ। ਉਹਨਾਂ ਦੇ ਵਿੱਚ ਖੜੀ ਦ੍ਰੋਪਦੀ ਜਦੋਂ ਖਾਲਸਾ ਜੀ ਉਸ ਵੇਲੇ ਇਹਨੇ ਆਪਣੀ ਚੁੰਨੀ ਨੂੰ ਪਾੜ ਕੇ ਟਾਕੀਆਂ ਸਿੱਟਣੀਆਂ ਸ਼ੁਰੂ ਕੀਤੀਆਂ, ਪਰ ਉਹ ਦਰਬਾਰ ਸ਼ਾਹ ਰਿਸ਼ੀ ਤੱਕ ਕੋਈ ਵੀ ਨਹੀਂ ਪਹੁੰਚੀ। ਐਂਡ 'ਤੇ ਜਾ ਕੇ ਇੱਕ ਜਿਹੜੀ ਲੀਰ ਸੀ ਚੁੰਨੀ ਦੀ ਉਹ ਦਰਬਾਰ ਸ਼ਾਹ ਜੀ ਦੇ ਹੱਥ ਆਈ। ਉਹਨਾਂ ਨੇ ਆਪਣਾ ਨੰਗੇਜ ਕੱਜਿਆ ਤੇ ਲੰਗੋਟੀ ਲਾ ਕੇ ਪਾਣੀ 'ਚੋਂ ਬਾਹਰ ਆ ਕੇ ਤੇ ਸੀਸ 'ਤੇ ਹੱਥ ਰੱਖ ਕੇ ਕਿਹਾ, ਧੀਏ ਜਿਵੇਂ ਤੂੰ ਮੇਰਾ ਨੰਗੇਜ ਕੱਟਿਆ ਹੈ, ਇਹ ਅਕਾਲ ਪੁਰਖ ਵਾਹਿਗੁਰੂ ਭਗਵਾਨ ਤੇਰੇ ਨੰਗੇਜ ਕੱਟੇ। ਸੋ ਇਵੇਂ ਖਾਲਸਾ ਜੀ ਵਰ ਦਿੱਤਾ, ਇੱਕ ਅਸੀਸ ਦਿੱਤੀ। ਖਾਲਸਾ ਜੀ ਇਹ ਮੈਂ ਤਾਂ ਸੁਣਾਉਣ ਦੀ ਕੋਸ਼ਿਸ਼ ਕਰ ਰਿਹਾ ਹਾਂ ਕਿ ਅੱਜ ਸਾਨੂੰ ਲੋੜ ਹੈ ਆਪਣੇ ਬਜ਼ੁਰਗਾਂ ਕੋਲੋਂ ਅਸੀਸਾਂ ਲੈਣ ਦੀ, ਆਪਣੇ ਵੱਡੇ ਵਡੇਰਿਆਂ ਕੋਲੋਂ ਅਸੀਸਾਂ ਲੈਣ ਦੀ। ਉਹਨਾਂ ਦੀ ਸੇਵਾ ਕਰੋ, ਉਹਨਾਂ ਦੀ ਸੇਵਾ ਵਿੱਚ ਰਹੋ, ਉਹਨਾਂ ਨੂੰ ਬੁਰਾ ਨਾ ਆਖੋ, ਭਲਾ ਆਖੋ। ਸੋ ਭਾਈ ਜਿਹੜਾ ਮਹਾਂਪੁਰਸ਼ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਸਦਕਾ ਉੱਚਾ ਸੁੱਚਾ ਜੀਵਨ ਹਾਸਲ ਕਰਦਾ ਹੈ, ਉਹਨੇ ਜੀਵਨ ਵਿੱਚ ਵੇਖੋ ਸਾਰਿਆਂ ਦਾ ਅਦਬ ਕਰਦੇ ਨੇ, ਉਹ ਮਾੜਿਆਂ ਦਾ ਵੀ ਅਦਬ ਕਰਦੇ ਨੇ, ਉਹ ਸਾਧੂ ਬਣਦੇ। ਸੋ ਜਿਵੇਂ ਵੇਖੋ ਦ੍ਰੋਪਦੀ ਨੂੰ ਉਹ ਦਰਬਾਰ ਸ਼ਾਹ ਰਿਸ਼ੀ ਜੀ ਨੇ ਜਦੋਂ ਵਰ ਦਿੱਤਾ, ਉਹ ਵਰ ਫਿਰ ਪਰਮੇਸ਼ਰ ਨੇ ਮਿਹਰ ਕਰਕੇ ਉਹਦੀ ਰੱਖਿਆ ਕੀਤੀ। ਸੋ ਖਾਲਸਾ ਜੀ ਇੱਥੇ ਭਾਈ ਗੁਰਦਾਸ ਜੀ ਵੀ ਕਹਿੰਦੇ ਨੇ, ਅੰਦਰ ਸਭਾ ਦੁਸਾਸਣੈ ਮੱਥੇ ਵਾਲ ਦ੍ਰੋਪਦੀ ਆਂਦੀ, ਦੂਤਾਂ ਨੂੰ ਫਰਮਾਇਆ ਨੰਗੀ ਕਰੋ ਪੰਚਾਲੀ ਬਾਂਦੀ, ਪੰਜੇ ਪਾਂਡੋ ਦੇਖਦੇ ਆਓ ਘਟ ਰੁੱਧੀ, ਨਾਰ ਜਿਨ੍ਹਾਂ ਦੀ ਅੱਖੀ ਮੀਟ ਧਿਆਨ ਤਰ, ਹਾ ਕ੍ਰਿਸ਼ਨ ਕਰੇ ਬਿਲ ਲਾਂਦੀ। ਸੋ ਉਸ ਵੇਲੇ ਜਦੋਂ ਇਹਨੂੰ ਖਾਲਸਾ ਜੀ ਸਭਾ ਵਿੱਚ ਲਿਆਂਦਾ ਗਿਆ ਤੇ ਉਦੋਂ ਕੌਰਵਾਂ ਨੇ ਕਹਿਣਾ ਕੀਤਾ ਕਿ ਇਹਨੂੰ ਨੰਗੀ ਕਰੋ, ਬਸਤਰ ਲਾਉਣੇ ਸ਼ੁਰੂ ਕੀਤੇ। ਸੋ ਖਾਲਸਾ ਜੀ ਜਿਹੜੇ ਦੂਤ ਸੀ ਉਹ ਬਸਤਰ ਲਾਉਂਦੇ, ਸਾੜੀ ਲਾਉਂਦੇ ਅੱਕ ਗਏ ਸੀ, ਥੱਕ ਗਏ ਸੀ, ਪਰ ਬਸਤਰ ਜਿਹੜੇ ਖਤਮ ਨਹੀਂ ਸੀ ਹੋਏ। ਉਸ ਵੇਲੇ ਕ੍ਰਿਸ਼ਨ ਭਗਵਾਨ ਦਾ ਧਿਆਨ ਧਰ ਕੇ ਦ੍ਰੋਪਦੀ ਨੇ ਅਰਦਾਸ ਕੀਤੀ ਸੀ ਤੇ ਦ੍ਰੋਪਦੀ ਦੀ ਖਾਲਸਾ ਜੀ ਲਾਜ ਰੱਖੀ ਸੀ। ਸੋ ਇਵੇਂ ਕੋਈ ਸਾਡਾ ਪਿਛਲਾ ਕਰਮ ਹੁੰਦਾ ਹੈ, ਜਦੋਂ ਅਸੀਂ ਕਿਸੇ ਦੀ ਸੇਵਾ ਕੀਤੀ ਹੋਵੇ ਉਦੋਂ ਫਿਰ ਖਾਲਸਾ ਜੀ ਉਹਦੇ ਕਰਕੇ ਸਾਨੂੰ ਆ ਦੇਹੀ ਪ੍ਰਾਪਤ ਹੁੰਦੀ ਹੈ। ਕਿਉਂਕਿ ਮਹਾਰਾਜ ਵੀ ਬਾਣੀ ਵਿੱਚ ਕਹਿੰਦੇ ਨੇ ਕਿ ਕੋਈ ਗੁਰੂ ਪੀਰ ਦੀ, ਕੋਈ ਸਤਿਗੁਰੂ ਜੀ ਦੀ, ਕੋਈ ਸਤਿਗੁਰੂ ਜੀਆਂ ਦੇ ਸੇਵਕ ਦੀ ਕਿਤੇ ਸੇਵਾ ਕੀਤੀ ਹੋਵੇ ਫਿਰ ਦੇਹੀ ਪ੍ਰਾਪਤ ਹੁੰਦੀ ਹੈ, ਕੋਈ ਵੱਡਾ ਪੁੰਨ ਹੋਵੇ ਫਿਰ ਪ੍ਰਾਪਤ ਹੁੰਦੀ ਹੈ। ਤੇ ਅਸੀਂ ਦੇਹੀ ਵਿੱਚ ਆ ਕੇ ਨਾ ਸੰਗਤ ਦੀ ਸੇਵਾ ਕਰਦੇ ਹਾਂ, ਨਾ ਸੰਗਤ ਦੀ ਹਾਜ਼ਰੀ 'ਚ ਬਹਿੰਦੇ ਹਾਂ, ਨਾ ਸੰਗਤ ਕੋਲੇ ਟਿਕਦੇ ਹਾਂ। ਸੋ ਸਦਾ ਹੀ ਮੰਦਾ ਬੋਲਦੇ ਹਾਂ, ਉਹਦੇ ਕਰਕੇ ਸਾਨੂੰ ਦੁੱਖ ਵਿਆਪਦੇ ਨੇ। ਸੋ ਕੱਪੜ ਕੋਟ ਉਸਾਰਿਓਨ ਥੱਕੇ ਦੂਤ ਨਾ ਪਾਰ ਵਸਾਂਦੀ। ਭਾਈ ਗੁਰਦਾਸ ਜੀ ਕਹਿੰਦੇ ਕਰੋੜਾਂ ਹੀ ਮਨ ਜਿਹੜਾ ਕੱਪੜਾ ਸੀਗਾ ਉਹ ਉੱਥੇ ਹੋ ਗਿਆ, ਉਹਦੀ ਸਾੜੀ ਤੋਂ ਦੂਤ ਜਿਹੜੇ ਥੱਕ ਕੇ ਡਿੱਗ ਪਏ, ਪਰ ਉਹ ਜਿਹੜਾ ਕੱਪੜਾ ਸੀ ਉਹ ਸਰੀਰ ਤੋਂ ਪਰੇ ਨਹੀਂ ਹੋਇਆ, ਉਹਨੂੰ ਨੰਗੀ ਨਾ ਕਰ ਸਕੇ। ਹੱਥ ਮਰੋੜਨ ਸਿਰ ਧੋਹਨ ਪੱਛੋ ਤਾਨ ਕਰਨ ਜਾਹੇ ਆਂਦੀ, ਜਿਨ੍ਹਾਂ ਨੇ ਲੈ ਕੇ ਆਂਦੀ ਸੀ ਨੰਗੀ ਕਰਨ ਵਾਸਤੇ ਉਹ ਹੁਣ ਆਪਣੇ ਹੱਥ ਮਰੋੜਦੇ ਨੇ, ਸਿਰ ਫੜ ਕੇ ਬਹਿ ਗਏ ਨਹੀਂ ਇੰਨਾ ਕੱਪੜਾ ਕਿੱਥੋਂ ਆਈ ਜਾਂਦਾ। ਸੋ ਖਾਲਸਾ ਜੀ ਮਹਾਰਾਜ ਸੱਚੇ ਪਾਤਸ਼ਾਹ ਨਾਥਾਂ ਦੇ ਨਾਥ ਨੇ, ਜਿਨ੍ਹਾਂ ਦੀ ਕੋਈ ਨਹੀਂ ਪੁੱਛਦਾ, ਜਿਨ੍ਹਾਂ ਨੂੰ ਕੋਈ ਨਹੀਂ ਪੁੱਛਦਾ, ਜਿਨ੍ਹਾਂ ਦੀ ਕੋਈ ਬਾਂਹ ਫੜਨ ਵਾਲਾ ਨਹੀਂ ਹੁੰਦਾ, ਉਹਨਾਂ ਦੀ ਬਾਂਹ ਸਤਿਗੁਰੂ ਜੀ ਫੜਦੇ ਨੇ। ਘਰ ਆਈ ਠਾਕੁਰ ਮਿਲੇ ਪੈਜ ਰਹੀ ਬੋਲੇ ਸ਼ਰਮਾਂਦੀ, ਨਾਥ ਅਨਾਥਾਂ ਬਾਣ ਤੁਰਾਂਦੀ। ਸੋ ਖਾਲਸਾ ਜੀ ਪਰਮੇਸ਼ਰ ਲਾਜ ਰੱਖਣ ਵਾਲਾ ਹੈ, ਸਦਾ ਹੀ ਉਹਨੂੰ ਯਾਦ ਕਰੀਏ, ਸਦਾ ਹੀ ਉਹਦੀ ਸ਼ਰਨ ਵਿੱਚ ਰਹੀਏ, ਫਿਰ ਸਤਿਗੁਰ ਸੱਚੇ ਪਾਤਸ਼ਾਹ ਦੀ ਸ਼ਰਨ ਆਇਆ ਕਰੇ ਦੁੱਖ ਨਹੀਂ ਵਿਆਪਤਾ। ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ, ਜਿਤ ਦੁਆਰੈ ਉਬਰੈ ਤੇ ਤੈ ਲਿਓ ਉਬਾਰ। ਇਹ ਸਾਰਾ ਜਗਤ ਜਲਦਾ ਪਿਆ ਦੁੱਖਾਂ ਨਾਲ। ਖਾਲਸਾ ਜੀ ਮਹਾਰਾਜ ਸੱਚੇ ਪਾਤਸ਼ਾਹ ਦੀ ਸ਼ਰਨ ਆਇਆ, ਸਤਿਗੁਰ ਦਾ ਨਾਮ ਜਪਿਆ ਹੀ ਭਾਈ ਬੰਧਨ ਖਤਮ ਹੋਣਗੇ। ਸੋ ਮਹਾਰਾਜ ਦੀ ਕਿਰਪਾ ਤੋਂ ਬਿਨਾਂ ਖਾਲਸਾ ਜੀ ਕਦੇ ਵੀ ਜਿਹੜੇ ਸਾਡੇ ਸਰੀਰਾਂ ਨੂੰ ਪਏ ਹੋਏ ਬੰਧਨ ਖਤਮ ਨਹੀਂ ਹੋਣਗੇ। ਆਪਣੀ ਨਦਰ ਕਰੇ ਪਰਮੇਸ਼ਰ ਬੰਧਨ ਕਾਰ ਛਡਾਏ, ਆਪਣੀ ਭਗਤ ਪ੍ਰਭ ਆਪ ਕਰਾਈ ਆਪੇ ਸੇਵਾ ਲਾਏ। ਉਹ ਆਪ ਹੀ ਨਦਰ ਕਰਕੇ ਕਿਤੇ ਸਾਡੇ ਬੰਧਨ ਕੱਟ ਦੇਵੇ, ਸਾਨੂੰ ਆਪਣੀ ਭਗਤੀ ਲਾ ਲਵੇ, ਆਪਣੀ ਸੇਵਾ ਵਿੱਚ ਲਾ ਲਵੇ। ਖਾਲਸਾ ਜੀ ਫੇਰ ਹੀ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਸਾਡੇ ਹਿਰਦੇ ਵਿੱਚ ਵਸੇਗੀ, ਫੇਰ ਹੀ ਸਾਨੂੰ ਮਹਾਰਾਜ ਸੱਚੇ ਪਾਤਸ਼ਾਹ ਦੀ ਸੋਝੀ ਆਵੇਗੀ। ਨਹੀਂ ਤੇ ਭਾਈ ਆਪਣੇ ਜ਼ੋਰ ਨਾਲ ਕੁਝ ਨਹੀਂ ਹੋ ਸਕਦਾ। ਜੇ ਕੋਈ ਕਵੇ ਕਿ ਮੈਂ ਕਿਸੇ ਨੂੰ ਜ਼ੋਰ ਕਰਕੇ ਜੋੜ ਲਵਾਂ ਮਹਾਰਾਜ ਨਾਲ, ਜਾਂ ਜਿਵੇਂ ਮੈਨੂੰ ਆਮ ਕਰਕੇ ਸਾਰੀ ਸੰਗਤ ਕਹਿੰਦੀ ਹੈ ਕਿ ਤੁਹਾਡਾ ਬੜਾ ਵੱਡਾ ਉਪਰਾਲਾ ਕਿ ਸੰਗਤ ਜੁੜਦੀ ਜਾ
ਜਾ ਰਹੀ ਹੈ। ਪਰ ਨਹੀਂ ਭਾਈ, ਇਹਦੇ ਵਿੱਚ ਸਾਡਾ ਕੋਈ ਉਪਰਾਲਾ ਨਹੀਂ। ਮੇਰੇ ਰਾਮ ਰਾਏ ਮੁਝ ਤੇ ਕਛੂ ਨਾ ਹੋਈ, ਆਪੇ ਕਰਤਾ ਆਪ ਕਰਾਏ, ਸਰਬ ਨਿਰੰਤਰ ਸੋਈ। ਸੋ ਮੇਰੇ ਕੋਲੋਂ ਕੁਛ ਨਹੀਂ ਹੋ ਰਿਹਾ, ਇਹ ਸਾਰਾ ਕੁਝ ਕਰਨ ਵਾਲਾ ਅਕਾਲ ਪੁਰਖ ਵਾਹਿਗੁਰੂ ਹੈ। ਇਹ ਉਹਦੀ ਖੇਡ ਹੈ, ਉਹਦੀ ਲੀਲਾ ਹੈ ਖਾਲਸਾ ਜੀ, ਜਿਹੜੀ ਸਾਨੂੰ ਸਮਝ ਨਹੀਂ ਆਉਂਦੀ। ਇਹਦੇ ਪਿੱਛੇ ਬੇਸ਼ੱਕ ਮਹਾਰਾਜ ਨੇ ਕਾਰਨ ਸਾਨੂੰ ਬਣਾਇਆ ਹੈ, ਪਰ ਇਹਦੇ ਪਿੱਛੇ ਅਸਲ ਜਿਹੜਾ ਰਾਜਾ ਮਹਾਰਾਜਾ ਹੈ ਉਹ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਹਨ। ਉਹਨਾਂ ਦੀ ਖੇਡ ਵਰਤ ਰਹੀ ਹੈ। ਤਾਈਓ ਖਾਲਸਾ ਜੀ ਸਾਡਾ ਮਨ ਬਾਣੀ ਪੜ੍ਹਨ ਨੂੰ ਕਰ ਰਿਹਾ, ਤਾਈਓ ਸਾਡਾ ਮਨ ਸੇਵਾ ਕਰਨ ਨੂੰ ਕਰ ਰਿਹਾ, ਚੁਪਹਿਰਾ ਸਾਹਿਬ ਕੱਟਣ ਨੂੰ ਕਰ ਰਿਹਾ, ਸ਼ਹੀਦੀ ਦੇਗਾਂ ਨੂੰ ਕਰਾਉਣ ਨੂੰ ਕਰ ਰਿਹਾ, ਸ਼ਹੀਦਾਂ ਸਿੰਘਾਂ ਦੀ ਯਾਦ ਵਿੱਚ ਬੈਠਣ ਨੂੰ ਕਰ ਰਿਹਾ। ਪਰ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਸਦਕਾ ਦਾਸਰੇ ਵਿੱਚ ਕੋਈ ਬਲ ਨਹੀਂ। ਜੀ ਜੰਤ ਸਭ ਤੇਰੇ ਕੀਤੇ, ਘਟ ਘਟ ਤੂੰ ਹੀ ਧਿਆਈਐ, ਤੇਰੀ ਗਤ ਮਿਤ ਤੂੰ ਹੈ ਜਾਣੈ, ਕੁਦਰਤ ਕੀਮ ਨ ਪਾਈਐ। ਇਹ ਸਾਰੇ ਜੀਵ ਉਹਦੇ ਪੈਦਾ ਕੀਤੇ ਹੋਏ ਪਰਮੇਸ਼ਰ ਵਾਹਿਗੁਰੂ ਜੀ ਦੇ ਹਨ। ਉਹਨਾਂ ਦੀ ਗਤੀ ਮਿਤੀ ਨਹੀਂ ਪਾ ਸਕਦਾ, ਕੋਈ ਪਾਰਾਵਾਰ ਨਹੀਂ ਪਰਮੇਸ਼ਰ ਦਾ ਪਾ ਸਕਦਾ। ਇਹ ਸਤਿਗੁਰੂ ਸੱਚੇ ਪਾਤਸ਼ਾਹ ਦੀ ਰਹਿਮਤ ਕਿਰਪਾ ਸਦਕਾ ਖਾਲਸਾ ਜੀ ਸਭ ਜਿਹੜੇ ਕਾਰਜ ਹੋ ਰਹੇ ਨੇ। ਗਣਤੀ ਗਣੀ ਨਾ ਛੂਟੈ ਕਤਹੂ ਕਾਚੀ ਦੇਹ ਇਆਣੀ, ਇਹ ਕਦੇ ਕਰ ਹੀ ਨਹੀਂ ਸਕਦੀ, ਪਰਮੇਸ਼ਰ ਤੱਕ ਪਹੁੰਚ ਹੀ ਨਹੀਂ ਸਕਦੀ। ਸੋ ਜਿੰਨਾ ਚਿਰ ਪਰਮੇਸ਼ਰ ਨਾ ਚਾਹਵੇ, ਇਹ ਗੰਦ ਨਾਲ ਭਰੀ ਹੋਈ ਦੇਹੀ ਕੀ ਮਹਾਰਾਜ ਦੇ ਗੁਣ ਗਾਵੇਗੀ। ਸੋ ਖਾਲਸਾ ਜੀ ਸਦਾ ਹੀ ਮਹਾਰਾਜ ਅੱਗੇ ਨਮਸਕਾਰ ਕਰੋ, ਮਹਾਰਾਜ ਨੂੰ ਯਾਦ ਕਰੋ, ਉੱਠਦੇ ਬੈਠਦੇ ਪ੍ਰੇਮ ਕਰੋ। ਜਿਵੇਂ ਮਾਵਾਂ ਆਪਣੇ ਬੱਚਿਆਂ ਨੂੰ ਯਾਦ ਕਰਦੀਆਂ, ਬੱਚਾ ਸਕੂਲ ਗਿਆ ਹੋਵੇ, ਘਰ ਬੈਠੀਆਂ ਚੇਤੇ ਕਰੀ ਜਾਂਦੀਆਂ, ਮੇਰਾ ਪੁੱਤ ਐਂ ਕਰਦਾ ਹੋਵੇਗਾ, ਮੇਰਾ ਪੁੱਤ ਇਉਂ ਕਰਦਾ ਹੋਵੇਗਾ। ਐਵੇਂ ਹੀ ਪਰਮੇਸ਼ਰ ਵਾਹਿਗੁਰੂ ਸੱਚੇ ਪਾਤਸ਼ਾਹ ਨਾਲ ਗੱਲਾਂ ਕਰਨੀਆਂ ਕਿ ਵਾਹਿਗੁਰੂ ਜੀ ਐਵੇਂ ਕਰਦੇ ਨੇ, ਵਾਹਿਗੁਰੂ ਜੀ ਦੀਆਂ ਆਹ ਖੇਡਾਂ। ਸਤਿਗੁਰੂ ਸੱਚੇ ਪਾਤਸ਼ਾਹ ਸਦਾ ਮੇਰੇ ਅੰਗ ਸੰਗ ਹੈ। ਜਿਹੜਾ ਖਾਲਸਾ ਜੀ ਐਵੇਂ ਮਹਾਰਾਜ ਨਾਲ ਗੱਲਾਂ ਕਰਦਾ ਤੁਰਦਾ ਫਿਰਦਾ, ਸਤਿਗੁਰੂ ਸੱਚੇ ਪਾਤਸ਼ਾਹ ਉਹਨੂੰ ਆਪਣਾ ਰੂਪ ਵੀ ਦੇ ਦਿੰਦੇ ਨੇ, ਆਪਣਾ ਆਪਾ ਵੀ ਜਤਾ ਦਿੰਦੇ ਨੇ, ਤੇ ਦਰਸ਼ਨ ਦੇ ਦਾਰੇ ਵੀ ਦੇ ਦਿੰਦੇ ਨੇ। ਉਹਨਾਂ ਨੂੰ ਫਿਰ ਭਾਣਾ ਮਿੱਠਾ ਲੱਗਦਾ ਹੈ, ਕਿਉਂਕਿ ਨਿਰਗੁਣ ਮੁਗਧ ਅਜਾਨ ਅਗਿਆਨੀ ਕਰਮ ਧਰਮ ਨਹੀਂ ਜਾਣਾ, ਦਇਆ ਕਰੋ ਨਾਨਕ ਗੁਣ ਗਾਵੇ, ਮਿੱਠਾ ਲੱਗਿਆ ਤੇਰਾ ਭਾਣਾ। ਕਿਉਂਕਿ ਮਹਾਰਾਜ ਦੀ ਦਇਆ ਤੋਂ ਬਿਨਾਂ ਨਾ ਗੁਣ ਗਾਏ ਜਾਂਦੇ ਨੇ ਤੇ ਨਾ ਸਤਿਗੁਰੂ ਜੀਆਂ ਦਾ ਭਾਣਾ ਮਿੱਠਾ ਲੱਗਦਾ ਹੈ। ਤਾਂ ਹੀ ਉਹ ਅਸੀਂ ਕਰਦੇ ਫਿਰਦੇ ਹਾਂ ਨਾ ਕਿ ਮੇਰੇ ਨਾਲ ਐਵੇਂ ਕਿਉਂ ਹੋ ਗਿਆ, ਮੇਰੇ ਨਾਲ ਆਹ ਕਿਉਂ ਹੋ ਗਿਆ। ਜਦੋਂ ਭਾਣੇ ਵਿੱਚ ਬੰਦਾ ਆ ਜਾਂਦਾ ਫਿਰ ਉਦੋਂ ਕਹਿੰਦਾ ਸਤਿਗੁਰੂ ਜੀ ਦਾ ਭਾਣਾ ਹੈ। ਚੁੱਪ ਕਰਕੇ ਆਰਾਮ ਨਾਲ ਮੰਨ ਲਓ, ਮਹਾਰਾਜ ਨੇ ਜੇ ਦੁੱਖ ਦਿੱਤਾ ਸੁੱਖ ਵੀ ਦੇਵੇਗਾ। ਜੇ ਰਾਤ ਪਾ ਕੇ ਉਹ ਦਿਨ ਲੈ ਕੇ ਆਉਂਦਾ ਹੈ ਖਾਲਸਾ ਜੀ, ਹਮੇਸ਼ਾ ਜ਼ਿੰਦਗੀ ਵਿੱਚ ਦੁੱਖ ਨਹੀਂ ਰਹਿੰਦੇ। ਬੇਸ਼ੱਕ ਉਹ ਸਾਨੂੰ ਬੜਾ ਲੰਮਾ ਸਮਾਂ ਵੇਖਣੇ ਪੈਣ, ਪਰ ਉਹ ਸਾਡੇ ਕਰਮਾਂ ਦੀ ਖੇਡ ਹੁੰਦੀ ਹੈ। ਸਤਿਗੁਰ ਸਾਨੂੰ ਦੁੱਖ ਦੇ ਕੇ ਸਾਡਾ ਅੱਗਾ ਸਾਫ਼ ਕਰਦਾ। ਜਿਵੇਂ ਖਾਲਸਾ ਜੀ ਕਿਸੇ ਨੂੰ ਬਹਾਰੀ ਦਿੱਤੀ ਹੋਵੇ, ਬੌਰੀ ਦਿੱਤੀ ਹੋਵੇ, ਜਿਹਨੂੰ ਆਪਾਂ ਕਹਿ ਦਿੰਦੇ ਆਮ ਕਰਕੇ ਮਾਂਜਾ ਕਹਿ ਦਿੰਦੇ ਹਾਂ, ਕਿ ਜਿਹੜਾ ਕੋਈ ਰਸਤੇ ਦੇ ਵਿੱਚ ਅੱਗੇ ਫੇਰਦਾ ਜਾਵੇ, ਉਹ ਕੰਢੇ ਸਾਫ਼ ਕਰਦਾ ਜਾਵੇ, ਤਾਂ ਫਿਰ ਆਉਣ ਜਾਣ ਵਾਲੇ ਨੂੰ ਦਿੱਕਤ ਨਹੀਂ ਹੁੰਦੀ ਜਾਂ ਆਪਣੇ ਆਪ ਨੂੰ ਦਿੱਕਤ ਨਹੀਂ ਹੁੰਦੀ। ਇਸੇ ਤਰ੍ਹਾਂ ਪਰਮੇਸ਼ਰ ਸਾਨੂੰ ਦੁੱਖ ਦੇ ਕੇ ਸਾਡਾ ਅੱਗਾ ਸਾਫ਼ ਕਰਦੇ ਨੇ ਕਿ ਜਾ ਕੇ ਜਮਦੂਤਾਂ ਦੇ ਵੱਸ ਨਾ ਪਈਏ, ਇੱਥੇ ਹੀ ਸਭ ਕੁਝ ਭੋਗ ਲਈਏ ਜੋ ਅਸੀਂ ਪਿੱਛੇ ਪਾਪ ਕੀਤੇ ਨੇ, ਇਸੇ ਦੇਹੀ ਰਾਹੀਂ ਭੋਗ ਲਈਏ। ਸੋ ਇਹ ਖੇਡ ਪਰਮੇਸ਼ਰ ਦੀ ਹੋਇਆ ਕਰਦੀ ਹੈ। ਸੋ ਧੰਨ ਬਾਬਾ ਦੀਪ ਸਿੰਘ ਸਾਹਿਬ ਦੇ ਅਸਥਾਨੇ ਤੇ ਬੇਅੰਤ ਖੇਡਾਂ ਹੁੰਦੀਆਂ ਨੇ। ਸੋ ਜਿਹੜੀ ਅੱਜ ਦੀ ਹੱਡ ਬੀਤੀ ਹੈ ਖਾਲਸਾ ਜੀ, ਆਓ ਸਰਵਣ ਕਰੀਏ ਕਿਵੇਂ ਬਾਬਾ ਦੀਪ ਸਿੰਘ ਸਾਹਿਬ ਦੀ ਉਹਨਾਂ 'ਤੇ ਕਿਰਪਾ ਵਰਤਦੀ ਹੈ, ਕਿਵੇਂ ਖਾਲਸਾ ਜੀ ਮਹਾਰਾਜ ਦੇ ਦੀਦਾਰੇ ਹੁੰਦੇ ਨੇ। ਸੋ ਇੱਕ ਵੀਰ ਜੀ ਨੇ ਦੱਸਣਾ ਕੀਤਾ ਹੈ ਕਿ ਮੈਂ ਨਿਊਜ਼ੀਲੈਂਡ ਰਹਿੰਦਾ ਹਾਂ ਅਤੇ ਉੱਥੇ ਮੇਰਾ ਕੰਮਕਾਰ ਸੈੱਟ ਨਹੀਂ ਹੋਇਆ, ਮੈਂ ਡਿਪੋਰਟ ਹੋ ਕੇ ਇੰਡੀਆ ਆ ਕੇ ਇੱਥੇ ਮੈਂ ਜੂਸ ਦਾ ਕੰਮ ਸ਼ੁਰੂ ਕੀਤਾ। ਸੋ ਉਹਦੇ ਵਿੱਚ ਵੀ ਮੈਨੂੰ ਕੋਈ ਫਾਇਦਾ ਨਹੀਂ ਹੋਇਆ, ਘਾਟਾ ਪੈ ਗਿਆ। ਉਸ ਤੋਂ ਬਾਅਦ ਮੈਂ ਸਬਜ਼ੀ ਵੇਚਣੀ ਸ਼ੁਰੂ ਕੀਤੀ। ਇੱਥੋਂ ਤੱਕ ਦੀ ਗਰੀਬੀ ਵੇਖ ਲਈ ਕਿ ਸਬਜ਼ੀ ਵੀ ਵੇਚਦਾ, ਪਰ ਗੁਰੂ ਸਾਹਿਬ ਦੀ ਕਿਰਪਾ ਸਦਕਾ ਮੇਰਾ ਘਰ ਚੱਲਦਾ। ਇਵੇਂ ਕੀ ਹੋਇਆ, ਮੈਂ ਸੋਚਿਆ ਵੀ ਕਿਉਂ ਨਾ ਮੈਂ ਇੱਕ ਅੰਮ੍ਰਿਤਧਾਰੀ ਹਾਂ ਅਤੇ ਕਿਉਂ ਨਾ ਮੈਂ ਬਰਗਰਾਂ ਦਾ ਕੰਮ ਖੋਲ੍ਹਾਂ, ਕੋਈ ਰੇਹੜੀ ਇਹੋ ਜਿਹੀ ਲਾਵਾਂ। ਕਹਿੰਦਾ ਉਹ ਵੀ ਸ਼ੁਰੂ ਕੀਤਾ, ਉਹ ਵੀ ਲੋਕ ਮੇਰੇ ਕੋਲ ਨਾ ਆਉਣ ਅਤੇ ਭਈਆਂ ਵਗੈਰਿਆਂ ਕੋ ਸਾਰਿਆਂ ਕੋ ਜਾਣ। ਮੈਂ ਕਿਸੇ ਨੂੰ ਨਿੰਦਦਾ ਨਹੀਂ, ਸੋ ਚੜ੍ਹਦੀ ਕਲਾ ਹੈ ਭਾਈ, ਸਾਰੇ ਪਰਮੇਸ਼ਰ ਦੇ ਜੀ ਨੇ, ਪਰਮੇਸ਼ਰ ਦੇ ਪੈਦਾ ਕੀਤੇ ਹੋਏ। ਪਰ ਜਿਹੜਾ ਕੋਈ ਸੁਚਮਤਾਈ ਵਿੱਚ ਰਹਿੰਦਾ ਹੈ ਉਹਦਾ ਜਿਹੜਾ ਮਾਣ ਸਤਿਕਾਰ ਹੈ ਉਹ ਤਾਂ ਬਣਦਾ ਖਾਲਸਾ ਜੀ। ਜਿਹੜਾ ਕੋਈ ਸੁਚਮਤਾਈ ਨਾਲ ਗੁਰਸਿੱਖ ਅੰਮ੍ਰਿਤਧਾਰੀ ਸਿੱਖ ਹੋਵੇ, ਉਹ ਕੋਈ ਕਾਰ ਵਿਹਾਰ ਕਰਦਾ ਹੋਵੇ, ਉਹਦੇ ਕੋਲ ਹਮੇਸ਼ਾ ਜਾਓ, ਕਿਉਂਕਿ ਉਹ ਸਤਿਗੁਰ ਦੀ ਰਜਾ ਵਿੱਚ ਬੈਠਾ ਹੁੰਦਾ। ਉਹ ਕਿਸੇ ਕੋਲੋਂ ਹੱਥ ਫੈਲਾ ਕੇ ਮੰਗਦਾ ਨਹੀਂ, ਬਾਕੀ ਮੰਗ ਲੈਂਦੇ ਨੇ। ਪਰ ਸਾਡੇ ਲੋਕਾਂ ਦਾ ਪਤਾ ਨਹੀਂ ਕੀ ਹਿਸਾਬ ਕਿਤਾਬ ਹੈ, ਸਾਡੇ ਲੋਕ ਆਪਣਿਆਂ ਨੂੰ ਛੱਡ ਕੇ ਹੋਰਾਂ ਪਾਸੇ ਜਾਂਦੇ ਨੇ। ਸੋ ਮਹਾਰਾਜ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਣ। ਫਿਰ ਉਹ ਵੀਰ ਜੀ ਕਹਿੰਦੇ ਕਿ ਮੈਂ ਥੋੜ੍ਹਾ ਬਹੁਤਾ ਕੰਮ ਕਿਤੇ ਫੈਕਟਰੀ ਲੱਗ ਗਿਆ, ਉੱਥੋਂ ਕਮਾਈ ਕਰਨ ਲੱਗ ਪਿਆ, ਪਰ ਘਰ ਦੇ ਹਾਲਾਤ ਬਹੁਤੇ ਮਾੜੇ, ਕੋਈ ਬਹੁਤਾ ਮੁਨਾਫਾ ਨਹੀਂ ਸੀ ਹੁੰਦਾ। ਜਿਹੜੀ ਜ਼ਮੀਨ ਵਿੱਚ ਮੈਂ ਕੁਝ ਬੀਜਦਾ ਸਾਂ, ਉੱਥੇ ਕਈ ਵਾਰੀ ਉਹਨੂੰ ਬਿਮਾਰੀ ਲੱਗ ਜਾਂਦੀ ਸੀ ਫਸਲ ਨੂੰ, ਕਦੇ ਕੁਛ ਹੋ ਜਾਣਾ, ਕਦੇ ਕੁਛ ਹੋ ਜਾਣਾ। ਸੋ ਇਵੇਂ ਕਹਿੰਦਾ ਮੇਰਾ ਬਹੁਤ
ਬਹੁਤਾ ਬੁਰਾ ਹਾਲ ਹੋ ਗਿਆ। ਇੱਕ ਦਿਨ ਕਹਿੰਦਾ ਮੈਂ ਗੁਰੂ ਘਰ ਦਰਸ਼ਨ ਮੇਲੇ ਕਰਨ ਗਿਆ, ਉੱਥੇ ਅਚਾਨਕ ਮੈਨੂੰ ਨਿਹੰਗ ਫੌਜਾਂ ਦਿਖੀਆਂ, ਉਹ ਵੀ ਦਰਸ਼ਨ ਕਰਨ ਉਤਰੀਆਂ ਸੀ। ਜਿਵੇਂ ਖਾਲਸਾ ਜੀ ਆਪਾਂ ਸਥਾਨ ਵੇਖ ਕੇ ਰੁਕ ਜਾਂਦੇ ਹਾਂ, ਕਹਿੰਦੇ ਉਹ ਵੀ ਦਰਸ਼ਨ ਮੇਲੇ ਕਰਨ ਉਤਰੇ ਤੇ ਮੈਂ ਜਾ ਕੇ ਉਹਨਾਂ ਨੂੰ ਫਤਿਹ ਬੁਲਾਈ। ਜਦੋਂ ਫਤਿਹ ਬੁਲਾਈ ਕਹਿੰਦਾ ਮੈਂ ਸੁਣਿਆ ਸੀ ਵੀ ਜਿਹੜੇ ਫਰਲੇ ਵਾਲੇ ਸਿੰਘ ਉਹਨਾਂ ਨੂੰ 2 ਫਤਿਹ ਬੁਲਾਈ ਦੀਆਂ। ਖਾਲਸਾ ਜੀ ਇਹ ਵੀ ਲੋਕਾਂ ਨੂੰ ਪਤਾ ਨਹੀਂ, ਜਿਹੜਾ ਫਰਲੇ ਵਾਲਾ ਸਿੰਘ ਹੁੰਦਾ ਹੈ ਨਾ, ਨਿਹੰਗ ਸਿੰਘ ਜਿਹਦੇ ਸਿਰ ਦੇ ਉੱਪਰ ਦਮਾਲੇ ਦੇ ਉੱਪਰ ਫਰਲਾ ਛੋੜਿਆ ਹੋਵੇ, ਛੋਟਾ ਜਿਹਾ ਕੱਪੜਾ ਛੱਡਿਆ ਹੁੰਦਾ, ਉਹ ਫਰਲਾ ਹੁੰਦਾ। ਸੋ ਜਿਹੜਾ ਉਹ ਸਿੰਘ ਦਰਸ਼ਨ ਦੇ ਦਾਰੇ ਕਿਤੇ ਉਹਨੂੰ ਮਹਾਂਕਾਲ ਸਿੰਘ ਕਹਿੰਦੇ ਆ। ਜੇ ਉਹ ਸਿੰਘ ਕਿਤੇ ਅਰਦਾਸ ਬੇਨਤੀ ਕਰ ਦੇਵੇ ਖੁਸ਼ ਹੋ ਕੇ ਤੇ ਵਾਰੇ ਨਿਆਰੇ ਹੋ ਜਾਂਦੇ। ਉਹਨਾਂ ਸਿੰਘਾਂ ਨੂੰ 2 ਫਤਿਹ ਬੁਲਾਈ ਦੀਆਂ, ਉਹ ਇੱਕ ਫਤਿਹ ਉਹਨਾਂ ਦੇ ਸਰੀਰ ਦੀ, ਇੱਕ ਫਤਿਹ ਸਤਿਗੁਰੂ ਜੀ ਦੇ ਨਿਸ਼ਾਨ ਦੀ ਜਿਹੜਾ ਸੀਸ ਤੇ ਝੁਲਦਾ। ਸੋ ਐਵੇਂ ਖਾਲਸਾ ਜੀ ਜਿਹੜਾ ਮਹਾਂਕਾਲ ਸਿੰਘ ਹੁੰਦਾ ਸਤਿਗੁਰੂ ਜੀ ਨੂੰ ਸੀਸ ਵੀ ਨਹੀਂ ਨਿਵਾਉਂਦਾ। ਏਡੀ ਮਹਾਰਾਜ ਨੇ ਉਹਨਾਂ ਨੂੰ ਕਿਰਪਾ ਦਿੱਤੀ ਹੋਈ ਹੈ, ਉਹ ਸਤਿਗੁਰੂ ਜੀ ਅੱਗੇ ਸੀਸ ਵੀ ਨਹੀਂ ਨਿਵਾਉਂਦਾ, ਕਿਉਂਕਿ ਨਿਸ਼ਾਨ ਸਾਹਿਬ ਉਹਨਾਂ ਦੇ ਸੀਸ ਤੇ ਹੁੰਦਾ। ਫਰਲੇ ਵਾਲਾ ਸਿੰਘ ਦੀ ਕਮਾਈ ਹੁੰਦੀ ਹੈ ਖਾਲਸਾ ਜੀ। ਸੋ ਕਹਿੰਦੇ ਜਿੱਦਾਂ ਉਹ ਮਿਲੇ, ਉਹਨਾਂ ਦੇ ਦਰਸ਼ਨ ਮੇਲੇ ਕਰਕੇ ਮੈਂ ਪੁੱਛਿਆ ਕਿ ਬਾਬਾ ਜੀ ਮੇਰਾ ਕੰਮਕਾਰ ਕੋਈ ਨਹੀਂ ਚੱਲਦਾ, ਵੀ ਮੈਂ ਬੜਾ ਦੁਖੀ ਹਾਂ। ਤੇ ਉਹ ਕਹਿਣ ਲੱਗੇ ਕਿ ਕਿਉਂ ਫਿਕਰ ਕਰਦਾ ਹੈ? ਧੰਨ ਬਾਬਾ ਦੀਪ ਸਿੰਘ ਸਾਹਿਬ ਨੂੰ ਯਾਦ ਕਰਿਆ ਕਰ, ਸ਼ਹੀਦਾਂ ਨੂੰ ਯਾਦ ਕਰਿਆ ਕਰ। ਸ਼ਹੀਦ ਸਿੰਘਾਂ ਦੀ ਡਿਊਟੀ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਲਾਈ ਹੈ ਕਿ ਜੇ ਕੋਈ ਸਾਡਾ ਸਿੱਖ ਕੋਈ ਕਿਸੇ ਨੂੰ ਕਿਸੇ ਪ੍ਰਕਾਰ ਦੀ ਦਿੱਕਤ ਪਰੇਸ਼ਾਨੀ ਆਉਂਦੀ ਹੈ, ਸ਼ਹੀਦੋ ਸਿੰਘੋ ਜਾ ਕੇ ਉਹਨਾਂ ਦੇ ਘਰ ਖੁਸ਼ੀਆਂ ਭੇਜੋ, ਉਹਨਾਂ ਨੂੰ ਬਾਣੀ ਨਾਲ ਲਾਓ, ਬਾਣੀ ਦਾ ਪ੍ਰੇਮ ਉਹਨਾਂ ਦੇ ਹਿਰਦੇ ਵਿੱਚ ਲਾਓ, ਉਹਨਾਂ ਦੇ ਘਰ ਖੁਸ਼ੀਆਂ ਭੇਜੋ। ਇਹ ਸਤਿਗੁਰ ਕਲਗੀਧਰ ਪਾਤਸ਼ਾਹ ਤੇ ਮਾਤਾ ਸਾਹਿਬ ਦੇਵਾ ਕੌਰ ਨੇ ਡਿਊਟੀ ਸ਼ਹੀਦਾਂ ਫੌਜਾਂ ਦੀ ਲਾਈ ਹੈ। ਸੋ ਇੱਦਾਂ ਉਹਨਾਂ ਨੇ ਬਚਨ ਕੀਤਾ। ਤੇ ਮੈਂ ਪੁੱਛਿਆ ਮੈਂ ਕੀ ਕਰਿਆ ਕਰਾਂ? ਉਹ ਕਹਿੰਦੇ ਤੂੰ ਬਾਬਾ ਦੀਪ ਸਿੰਘ ਸਾਹਿਬ ਦਾ ਨਾਮ ਲਿਆ ਕਰ, ਵਾਹਿਗੁਰੂ ਵਾਹਿਗੁਰੂ ਕਰੀ ਜਾਇਆ ਕਰ, ਸਤਿਗੁਰੂ ਜੀ ਦਾ ਨਾਮ ਲਿਆ ਕਰ, ਕਲਗੀਧਰ ਪਾਤਸ਼ਾਹ ਦਾ। ਕਹਿੰਦੇ ਉਸ ਤੋਂ ਬਾਅਦ ਮੈਂ YouTube ਤੇ ਇੱਕ ਦਿਨ ਸਰਚ ਕਰਦਾ ਬਾਬਾ ਦੀਪ ਸਿੰਘ ਸਾਹਿਬ ਦੀ ਜਿਹੜੀ ਕੋਈ ਜੀਵਨੀ ਬਾਰੇ ਆ ਗਿਆ, ਮੈਂ ਉਹ ਸੁਣੀ। ਉਸ ਤੋਂ ਬਾਅਦ ਮੈਨੂੰ ਪਤਾ ਲੱਗਾ ਕਿ ਚੁਪਹਿਰੇ ਸੰਗਤ ਕੱਟਦੀ ਆ। ਮੈਂ ਉੱਥੇ ਜਾ ਕੇ ਸ਼ਹੀਦਾਂ ਸਾਹਿਬ ਚੁਪਹਿਰੇ ਵੀ ਕੱਟੇ, ਬਾਬਾ ਦੀਪ ਸਿੰਘ ਸਾਹਿਬ ਅੱਗੇ ਅਰਦਾਸ ਬੇਨਤੀ ਵੀ ਕੀਤੀ। ਕਹਿੰਦੇ ਇੱਕ ਦਿਨ ਕੀ ਹੋਇਆ ਕਿ ਮੈਂ ਰਾਤ ਸੁੱਤਾ ਨਹੀਂ ਸੀ, ਜਾਗਦਾ ਸਾਂ। ਉਸ ਦਿਨ ਮੇਰੇ ਨਾ ਮਨ 'ਚ ਬਹੁਤਾ ਹੀ ਬੋਝ ਜਿਹਾ ਸੀ, ਚਿੰਤਾ ਝੋਰਾ ਸੀ ਕਿ ਮਣਾ ਪਤਾ ਨਹੀਂ ਕੰਮ ਸੈੱਟ ਹੋਵੇਗਾ ਕਿ ਨਹੀਂ ਹੋਵੇਗਾ। ਕਹਿੰਦੇ ਜਦੋਂ ਚਿੰਤਾ ਝੋਰਾ ਜ਼ਿਆਦਾ ਹੋਵੇ ਖਾਲਸਾ ਜੀ ਉਦੋਂ ਨੀਂਦ ਨਹੀਂ ਆਉਂਦੀ। ਕਹਿੰਦਾ ਕਰੀਬ ਕੋਈ 1:30 ਵਜੇ ਦਾ ਟਾਈਮ ਹੋਣਾ ਰਾਤ ਦਾ, ਤੇ ਮੈਂ ਸੋਚਿਆ ਚਲੋ ਮੈਨੂੰ ਸਿੰਘ ਕਹਿ ਕੇ ਗਏ ਸੀ ਬਾਣੀ ਪੜ੍ਹੀ ਤੇ ਮੈਂ ਬਾਣੀ ਪੜ੍ਹਦਾ। ਕਹਿੰਦੇ ਵੀ ਮੈਂ ਕੀ ਕੀਤਾ, ਆਪਣੇ ਫੈਮਿਲੀ ਤੋਂ ਇਕਾਂਤ ਵਿੱਚ ਹੋ ਗਿਆ, ਦੂਸਰੇ ਕਮਰੇ ਵਿੱਚ ਜਾ ਕੇ ਇਸ਼ਨਾਨ ਪਾਣ ਕਰਕੇ ਬੈਠ ਗਿਆ। ਬੈਠ ਕੇ ਮੈਂ ਵਾਹਿਗੁਰੂ ਮੰਤਰ ਸ਼ੁਰੂ ਕੀਤਾ। ਕਹਿੰਦਾ ਮੈਂ ਹੌਲੀ ਹੌਲੀ ਵਾਹਿਗੁਰੂ 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 ਬੋਲਣਾ ਸ਼ੁਰੂ ਕੀਤਾ। ਕਹਿੰਦਾ 15 ਮਿੰਟ ਕੀਤਾ। ਮੈਂ ਵਾਰ-ਵਾਰ ਘੜੀ ਵੱਲ ਵੇਖਾਂ। ਪਹਿਲਾਂ ਖਾਲਸਾ ਜੀ ਇਵੇਂ ਹੁੰਦਾ, ਬੰਦੇ ਨੂੰ ਲੱਗਦਾ ਕਿ ਮੈਂ ਪਤਾ ਨਹੀਂ ਕਿੰਨੇ ਕੁ ਚਿਰ ਦਾ ਬੈਠਾ, ਪਰ ਬੈਠੇ ਨੂੰ 2 ਮਿੰਟ ਹੀ ਹੋਏ ਹੁੰਦੇ ਆ। ਸੋ ਇੱਦਾਂ ਵਾਰ-ਵਾਰ ਬੰਦਾ ਘੜੀ ਨੂੰ ਵੇਖਦਾ ਹੈ, ਘੜੀ ਨੂੰ ਤੱਕਦਾ ਕਿ ਪਤਾ ਨਹੀਂ ਮੈਂ ਕਿੰਨਾ ਕੁ ਜਪ ਲਿਆ। ਸੋ ਇਸੇ ਪ੍ਰਕਾਰ ਖਾਲਸਾ ਜੀ ਉਹ ਵੀਰ ਕਹਿੰਦਾ ਕਿ ਥੋੜ੍ਹੇ ਚਿਰ ਬਾਅਦ ਨਾ ਜਦੋਂ ਮੈਂ ਨਾਮ ਜਪਦਾ ਸਾਂ, ਵਾਹਿਗੁਰੂ ਵਾਹਿਗੁਰੂ ਕਰਦਾ ਸਾਂ, ਮੈਨੂੰ ਇੱਕ ਬੱਚੇ ਦੀ ਆਵਾਜ਼ ਸੁਣਾਈ ਦਿੱਤੀ। ਕਹਿੰਦੇ ਵੀ ਮੈਂ ਅੱਖਾਂ ਖੋਲ੍ਹੀਆਂ ਕੋਈ ਵੀ ਨਹੀਂ ਸੀ। ਕਹਿੰਦਾ ਫਿਰ ਮੈਂ ਬੰਦ ਕਰਕੇ ਅੱਖਾਂ ਤੇ ਵਾਹਿਗੁਰੂ ਵਾਹਿਗੁਰੂ ਕਰਨ ਲੱਗ ਪਿਆ। ਕਹਿੰਦਾ ਉਹ ਫਿਰ ਆਵਾਜ਼ ਆਈ। ਕਹਿੰਦੇ ਮੈਂ ਫਿਰ ਦੇਖਿਆ, ਫਿਰ ਮੈਂ ਉੱਠ ਕੇ ਕਹਿੰਦਾ ਕਮਰੇ ਤੋਂ ਬਾਹਰ ਦੇਖਿਆ ਵੀ ਕੌਣ ਹੋਊਗਾ, ਵੀ ਕਾਹਦੀ ਆਵਾਜ਼ ਆਉਂਦੀ ਆ। ਕਹਿੰਦੇ ਫਿਰ ਮੈਂ ਆ ਕੇ ਟਿਕਾ 'ਚ ਬਹਿ ਕੇ ਫਿਰ ਪਾਠ ਕਰਨ ਲੱਗ ਪਿਆ। ਕਹਿੰਦਾ ਇੱਕ ਵਾਰੀ ਮੈਂ ਡਰ ਗਿਆ ਵੀ ਮੈਨੂੰ ਕਿਹਨੇ ਆਵਾਜ਼ ਮਾਰੀ ਆ। ਕਹਿੰਦੇ ਤੀਜੀ ਵਾਰੀ ਉਹਨਾਂ ਨੇ ਮੇਰਾ ਨਾਂ ਲੈ ਕੇ ਆਵਾਜ਼ ਮਾਰੀ। ਜਦੋਂ ਮੈਂ ਅੱਖਾਂ ਖੋਲ੍ਹੀਆਂ ਤੇ ਸਾਹਮਣੇ ਕੁਝ ਜਿੱਦਾਂ 10 ਕੁ ਸਾਲਾਂ ਦਾ ਬੱਚਾ ਹੋਵੇ ਇੰਨੀ ਕੁ ਉਮਰ ਦਾ ਸਿੰਘ ਖਲੋਤਾ, ਬਾਣਾ ਪਾਇਆ ਤੇ ਦਮਾਲਾ ਸਜਾਇਆ ਹੋਇਆ, ਉੱਪਰ ਫਰਲਾ ਸੱਜਦਾ। ਸੋ ਹੱਥ ਵਿੱਚ ਸ਼ਸਤਰ ਫੜੇ ਹੋਏ ਨੇ। ਕਹਿੰਦੇ ਮੈਂ ਦਰਸ਼ਨ ਜਦੋਂ ਉਹਨਾਂ ਦੇ ਕੀਤੇ ਤੇ ਮੈਂ ਉਹਨਾਂ ਨੂੰ ਨਮਸਕਾਰ ਕੀਤੀ। ਉਹਨਾਂ ਨੇ ਵੀਰ ਜੀ ਨੇ ਮੈਨੂੰ ਕਿਹਾ ਸੀ ਵੀ ਸਾਡਾ ਸਾਰਾ ਕੁਝ ਗੁਪਤ ਰੱਖਿਓ। ਸੋ ਖਾਲਸਾ ਜੀ ਗੁਪਤ ਹੀ ਰੱਖ ਰਿਹਾ। ਕੁਝ ਗੱਲਾਂ ਨੇ ਜਿਹੜੀਆਂ ਉਹਨਾਂ ਨੇ ਕੀਤੀਆਂ ਉਹ ਵੀ ਨਹੀਂ ਆਪ ਨੂੰ ਸੁਣਾ ਸਕਦਾ, ਕਿਉਂਕਿ ਬਹੁਤੀਆਂ ਗੱਲਾਂ ਜਿਹੜੀਆਂ ਨੇ ਉਹ ਲੋਕਾਂ ਦੀ ਸੋਚ ਤੋਂ ਬਹੁਤ ਪਰੇ ਦੀਆਂ ਹੁੰਦੀਆਂ ਨੇ। ਸੋ ਪਰਮੇਸ਼ਰ ਨੂੰ ਜਪਣ ਵਾਲਿਆਂ ਨਾਲ ਬੇਅੰਤ ਖੇਡਾਂ ਹੁੰਦੀਆਂ। ਸੋ ਮਹਾਰਾਜ ਦੇ ਵਿੱਚ ਐਸੀ ਕਲਾ ਹੈ, ਜੈਸਾ ਪਰਮੇਸ਼ਰ ਹੈ ਵੈਸਾ ਹੀ ਉਹਦਾ ਸੇਵਕ ਬਣ ਜਾਂਦਾ ਹੈ। ਸੰਸਾਰ ਦੇ ਲੋਕਾਂ ਨੂੰ ਗੱਲਾਂ ਸਮਝ ਨਹੀਂ ਆ ਸਕਦੀਆਂ। ਸੰਸਾਰ ਵਾਸਤੇ ਉਹ ਝੂਠ ਹੁੰਦਾ ਹੈ, ਉਹ ਤਰਕ ਹੁੰਦਾ ਹੈ, ਉਹ ਐਵੇਂ ਫਾਲਤੂ ਦੀਆਂ ਗੱਲਾਂ ਹੁੰਦੀਆਂ। ਪਰ ਜਿਹੜੇ ਕੋਈ ਪ੍ਰੇਮੀ ਹੁੰਦੇ ਨੇ, ਨੇਮੀ ਹੁੰਦੇ ਨੇ, ਉਹਨਾਂ ਨੂੰ ਪਤਾ ਲੱਗਦਾ ਕਿ ਸਤਿਗੁਰੂ ਜੀ ਐਵੇਂ ਹੀ ਵਰਤਦੇ ਨੇ। ਜਦੋਂ ਕਹਿੰਦੇ ਮੈਂ ਨਮਸਕਾਰ ਕੀਤੀ, ਅੱਖਾਂ ਨਾਲ ਉਹਨਾਂ ਨੂੰ ਤੱਕਿਆ, ਆਪਣੀਆਂ ਅੱਖਾਂ ਨਾਲ। ਹੁਣ ਮੈਨੂੰ ਇਹ ਨਹੀਂ ਪਤਾ ਮੈਂ ਸੁਰਤੀ ਬਿਰਤੀ 'ਚ ਵੇਖ ਰਿਹਾ। ਕਹਿੰਦਾ ਮੈਨੂੰ ਸੁੱਧ ਬੋਧੀ ਨਹੀਂ ਆਪਣੇ ਸਰੀਰ ਦੀ ਰਹੀ, ਮੈਂ ਕਿੱਥੇ ਬੈਠਾ, ਸਭ ਕੁਝ ਭੁੱਲ ਗਿਆ। ਮੈਨੂੰ ਐਂ ਲੱਗਦਾ ਕਿ ਮੈਂ ਸਰੀਰ ਦੇ ਵਿੱਚੋਂ ਬਾਹਰ ਆ ਗਿਆ, ਜਿੱਦਾਂ ਮੇਰੀ ਰੂਹ ਬਾਹਰ ਆ ਗਈ ਹੋਵੇ, ਉਹ ਤੱਕਦੀ ਹੋਵੇ ਉਹਨਾਂ ਨੂੰ। ਕਹਿੰਦੇ ਜਦੋਂ ਮੈਂ ਨਮਸਕਾਰ ਕੀਤੀ ਤੇ ਉਹਨਾਂ ਨੇ ਸਾਨੂੰ ਕਹਿਣਾ ਕੀਤਾ ਤੁਸੀਂ ਬਾਣੀ ਪੜ੍ਹਿਆ ਕਰੋ, ਮਹਾਰਾਜ ਦੀ ਬਾਣੀ, ਕਲਗੀਧਰ ਸਵਾਮੀ ਦੀ ਬਾਣੀ ਪੜ੍ਹਿਆ ਕਰੋ, 10ਵੇਂ ਪਾਤਸ਼ਾਹ ਦੀ ਬਾਣੀ ਪੜ੍ਹਿਆ ਕਰ, ਸਾਡੇ ਬਾਪੂ ਜੀ ਦੀ ਕਹਿੰਦੇ ਬਾਣੀ ਪੜ੍ਹਿਆ ਕਰ। ਐਵੇਂ ਪਹਿਲਾਂ ਉਹਨਾਂ ਨੇ ਸਾਨੂੰ ਕਿਹਾ ਸਾਡੇ ਬਾਪੂ ਦੀ ਬਾਣੀ ਪੜ੍ਹਿਆ ਕਰੋ, ਸਾਡੇ ਪਿਤਾ ਜੀ ਦੀ ਬਾਣੀ ਪੜ੍ਹਿਆ ਕਰੋ। ਸਾਡੀ ਸਤਿਗੁਰੂ ਦੀ ਬਾਣੀ ਜਿਹੜੀ ਹੈ ਪਾਰ ਉਤਾਰਾ ਕਰਨ ਵਾਲੀ ਹੈ, ਸਾਰੇ ਪਦਾਰਥ ਦੇਣ ਵਾਲੀ ਹੈ। ਤੇ ਕਹਿੰਦੇ ਮੈਂ ਉਹਨਾਂ ਨਾਲ ਗੱਲਾਂ ਕੀਤੀਆਂ ਵੀ ਕਿਵੇਂ, ਮਤਲਬ ਮੈਂ ਕਿਵੇਂ ਕਿਹੜੀ ਬਾਣੀ ਪੜ੍ਹਾਂ। ਕਹਿੰਦੇ ਇੰਨੀ ਗੱਲ ਕਹੀ ਤੇ
ਅਲੋਪ ਹੋ ਗਏ। ਸੋ ਅੱਖਾਂ ਦੇ ਸਾਹਮਣੇ ਕਹਿੰਦੇ ਵੀ ਮੈਂ ਇੱਕ ਵਾਰ ਡਰ ਵੀ ਗਿਆ ਵੀ ਇਹ ਕੀ ਹੋਇਆ, ਪਰ ਮੈਨੂੰ ਇੰਨਾ ਕੁ ਹੌਸਲਾ ਉਹ ਸਰੂਪ ਨੇ ਦਿੱਤਾ ਕਿ ਮੇਰੇ ਮਨ ਵਿੱਚ ਭੈ ਨਹੀਂ ਰਿਹਾ, ਬੜਾ ਪ੍ਰੇਮ ਜਿਹਾ ਉਮੜ ਆਇਆ। ਕਹਿੰਦੇ ਉਸ ਤੋਂ ਬਾਅਦ ਮੇਰੀ ਲੇਵ ਲੱਗਣੀ ਸ਼ੁਰੂ ਹੋ ਗਈ, ਮੈਂ ਤੁਰਦੇ ਫਿਰਦੇ ਨੇ ਵਾਹਿਗੁਰੂ ਵਾਹਿਗੁਰੂ ਕਰੀ ਜਾਣਾ। ਕਹਿੰਦਾ ਇੱਕ ਦਿਨ ਮੇਰੇ ਮਨ 'ਚ ਖਿਆਲ ਆਇਆ ਕਿ ਐਰਕਾਂ ਕੋਈ ਹੋਰ ਚੀਜ਼ ਨਹੀਂ ਬੀਜਣੀ, ਸਬਜ਼ੀ ਬੀਜਣੀ ਹੈ ਜਿੰਨੀ ਮੇਰੇ ਕੋਲ ਜ਼ਮੀਨ ਹੈ। ਸੋ ਮਹਾਰਾਜ ਦੀ ਕਿਰਪਾ ਸਦਕਾ ਮੈਂ ਉੱਥੇ ਸਬਜ਼ੀ ਬੀਜਣੀ ਸ਼ੁਰੂ ਕੀਤੀ। ਉਹ ਸਬਜ਼ੀ ਵੇਚ ਵੇਚ ਕੇ ਮੈਂ ਆਪਣੇ ਘਰ ਦਾ ਸਭ ਕੁਝ ਬਣਾਇਆ, ਕਾਰ ਵੀ ਲਈ, ਬੱਚੇ ਦੀ ਫੀਸ ਵੀ ਤਾਰਦਾ, ਘਰ ਦਾ ਸਾਰਾ ਕੰਮ ਕਰਦਾ। ਫਿਰ ਵੀ ਮੇਰੇ ਕੋਲ ਪੈਸੇ ਬਚਦੇ, ਉਹਦੇ ਵਿੱਚੋਂ ਦਸਵੰਧ ਕੱਢ ਕੇ ਸ਼ਹੀਦਾਂ ਸਿੰਘਾਂ ਦੇ ਸਥਾਨਾਂ 'ਤੇ ਜਾਂ ਸਤਿਗੁਰੂ ਦੇ ਸਿੰਘਾਂ ਲਈ ਕੋਈ ਸੇਵਾ ਕਰਦਾ। ਸੋ ਖਾਲਸਾ ਜੀ ਇਵੇਂ ਦੇ ਸਿੱਖਾਂ ਨੂੰ ਜਿਨ੍ਹਾਂ ਨੂੰ ਦਰਸ਼ਨ ਹੁੰਦੇ, ਜਦੋਂ ਮੈਂ ਉਹਨਾਂ ਨੂੰ ਪੁੱਛਣਾ ਕੀਤਾ ਵੀ ਉਹ ਤੁਹਾਨੂੰ ਕੌਣ ਕੀ ਲੱਗਦਾ ਸੀ, ਉਹ ਕੌਣ ਸੀ, ਉਹ ਕਹਿੰਦੇ ਵੀ ਮੈਨੂੰ ਇਹ ਲੱਗਦਾ ਸੀ ਵੀ ਜਿਵੇਂ ਬਾਬਾ ਜ਼ੋਰਾਵਰ ਸਿੰਘ ਸਾਹਿਬ ਹੋਣ। ਕਲਗੀਧਰ ਪਾਤਸ਼ਾਹ ਮਹਾਰਾਜ ਦੇ ਤੀਜੇ ਫਰਜ਼ੰਦ ਸਤਿਗੁਰੂ ਜੀਆਂ ਦੇ ਤੀਜੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਸਾਹਿਬ, ਖਾਲਸਾ ਜੀ ਉਹ ਵੀ ਸ਼ਹੀਦ ਸਿੰਘ ਨੇ। ਸੋ ਉਹ ਕਹਿੰਦੇ ਵੀ ਇਵੇਂ ਲੱਗਦਾ ਕਿ ਬਾਬਾ ਜ਼ੋਰਾਵਰ ਸਿੰਘ ਸਾਹਿਬ ਹੋਣ, ਉਹਨਾਂ ਦੇ ਮੈਨੂੰ ਦਰਸ਼ਨ ਹੋਏ। ਸੋ ਉਸ ਤੋਂ ਬਾਅਦ ਮੈਂ ਪੁੱਛਿਆ ਬਾਅਦ ਵਿੱਚ ਕਦੇ ਹੋਏ, ਕਹਿੰਦੇ ਨਹੀਂ ਕਦੇ ਅੱਜ ਤੱਕ ਦਰਸ਼ਨ ਨਹੀਂ ਹੋਏ, ਪਰ ਬਾਬਾ ਦੀਪ ਸਿੰਘ ਸਾਹਿਬ ਜੀ ਦਾ ਪ੍ਰੇਮ, ਸ਼ਹੀਦਾਂ ਸਿੰਘਾਂ ਦਾ ਪ੍ਰੇਮ ਹਿਰਦੇ ਵਿੱਚ ਬੜਾ ਲੱਗ ਗਿਆ। ਬਾਣੀ ਕੰਠ ਹੋਣ ਲੱਗ ਪਈ, ਬਾਣੀ ਪੜ੍ਹਨ ਲੱਗ ਪਏ ਹਾਂ। ਸੋ ਉਹ ਜਿਹੜੇ ਦਰਸ਼ਨ ਦਿਦਾਰੇ ਐਸੇ ਅਗੰਮੀ ਸੀਗੇ। ਉਸ ਦਿਨ ਤੋਂ ਬਾਅਦ ਕਲਗੀਧਰ ਪਾਤਸ਼ਾਹ ਮਹਾਰਾਜ ਨਾਲ ਇੱਦਾਂ ਲੱਗਦਾ ਕਿ ਜਿਵੇਂ ਸਿੰਘ ਮੇਰੇ ਨਾਲ ਨੇ, ਮੇਰੇ ਨਾਲ ਨਾਲ ਤੁਰਦੇ ਨੇ, ਮੇਰੇ ਨਾਲ ਨਾਲ ਫਿਰਦੇ ਨੇ। ਸੋ ਐਸੀ ਮਹਾਰਾਜ ਦੀ ਕਿਰਪਾ ਹੋਈ। ਕਹਿੰਦੇ ਉਸ ਦਿਨ ਤੋਂ ਬਾਅਦ ਮੈਂ ਬਾਬਾ ਦੀਪ ਸਿੰਘ ਸਾਹਿਬ ਦੇ ਸਥਾਨੇ 'ਤੇ ਹੋਰ ਵੀ ਜਾਣਾ ਸ਼ੁਰੂ ਕੀਤਾ, ਫਤਿਹਗੜ੍ਹ ਸਾਹਿਬ ਜਾਣਾ ਸ਼ੁਰੂ ਕੀਤਾ, ਅਨੰਦਪੁਰ ਸਾਹਿਬ ਜਦੋਂ ਦਿਲ ਕਰਦਾ ਉਦੋਂ ਚਲਾ ਜਾਣਾ। ਸੋ ਐਸੀ ਕਿਰਪਾ ਖਾਲਸਾ ਜੀ ਮਹਾਰਾਜ ਦੀ ਵਰਤੀ। ਸੋ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਨੇ ਮਿਹਰਾਂ ਕੀਤੀਆਂ। ਮੈਂ ਬਾਬਾ ਦੀਪ ਸਿੰਘ ਸਾਹਿਬ ਦੇ ਸਥਾਨੇ 'ਤੇ ਜਾ ਕੇ ਵੀ ਧਿਆਨ ਲਾਉਣਾ ਤੇ ਉਹੀ ਦ੍ਰਿਸ਼ ਦਿਖਦਾ ਹੈ। ਸੋ ਐਸੀ ਕਿਰਪਾ ਸ਼ਹੀਦਾਂ ਸਿੰਘਾਂ ਦੀ। ਫਿਰ ਉਹਨਾਂ ਵੀਰ ਜੀ ਹੋਣਾ ਨੇ ਇੱਕ ਛੋਟੀ ਜੀ ਗੱਲ ਹੋਰ ਦੱਸੀ, ਕਹਿੰਦੇ ਕਿ ਮੇਰੇ ਨਾ ਗੋਡੇ ਦੇ ਵਿੱਚ ਸੱਟ ਲੱਗ ਗਈ ਤੇ ਡਾਕਟਰ ਕਹਿੰਦੇ ਤੁਹਾਡੇ ਗੋਡੇ ਦਾ ਆਪਰੇਸ਼ਨ ਕਰਨਾ ਪੈਣਾ। ਕਹਿੰਦੇ ਮੈਂ ਸ਼ਹੀਦਾਂ ਸਿੰਘਾਂ ਅੱਗੇ ਅਰਦਾਸ ਕਰਕੇ 40 ਦਿਨ ਜਾਪ ਕੀਤਾ, 40 ਦਿਨ ਪਾਠ ਕੀਤਾ ਜਪਜੀ ਸਾਹਿਬ ਦਾ, ਤੇ ਸ਼ਹੀਦਾਂ ਸਿੰਘਾਂ ਨੂੰ ਅਰਦਾਸ ਕੀਤੀ ਕਿ ਬਾਬਾ ਜੀ ਡਾਕਟਰ ਕਹਿੰਦੇ ਇਹਦਾ ਆਪਰੇਸ਼ਨ ਕਰਨਾ ਪੈਣਾ, ਇਹ ਦੇਹ ਹੀ ਤੁਹਾਡੀ ਹੈ। ਕਹਿੰਦੇ ਐਸੀ ਕਿਰਪਾ ਮਹਾਰਾਜ ਦੀ ਵਰਤੀ, ਕੋਈ ਆਪਰੇਸ਼ਨ ਨਹੀਂ ਹੋਇਆ, ਕੋਈ ਕੁਛ ਨਹੀਂ, ਮੇਰਾ ਚੰਗਾ ਭਲਾ ਗੋਡਾ ਹੈ, ਚੰਗਾ ਭਲਾ ਮੈਂ ਤੁਰਿਆ ਫਿਰਦਾ, ਬਹਿ ਕੇ ਸਬਜ਼ੀ ਗੋੜਦਾ, ਸਭ ਕੁਝ ਕਰਦਾ, ਪਰ ਕਿਸੇ ਪ੍ਰਕਾਰ ਦੀ ਮੇਰੀ ਦਿੱਕਤ ਪਰੇਸ਼ਾਨੀ ਨਹੀਂ। ਸੇ ਮੇਰਾ ਕਾਰਜ ਵੀ ਸਫਲਾ ਹੋ ਗਿਆ, ਮੇਰੇ ਘਰ ਵਿੱਚ ਬਰਕਤਾਂ ਵੀ ਆ ਗਈਆਂ, ਮੇਰੇ ਘਰ ਵਿੱਚ ਖੁਸ਼ੀਆਂ ਵੀ ਆ ਗਈਆਂ, ਬਾਣੀ ਵੀ ਆ ਗਈ, ਅੰਮ੍ਰਿਤ ਵੇਲਾ ਵੀ ਆ ਗਿਆ। ਸੋ ਖਾਲਸਾ ਜੀ ਜਿਨ੍ਹਾਂ ਦੇ ਹਿਰਦੇ ਵਿੱਚ ਪ੍ਰੇਮ ਹੁੰਦਾ, ਜਿਹੜੇ ਅਰਦਾਸਾਂ ਬੇਨਤੀਆਂ ਕਰਦੇ, ਫਿਰ ਉਹਨਾਂ ਨੂੰ ਦਾਸਰੇ ਨੇ ਪੁੱਛਣਾ ਕੀਤਾ ਵੀ ਤੁਸੀਂ ਕਿਵੇਂ ਅਰਦਾਸ ਬੇਨਤੀ ਕੀਤੀ। ਉਹ ਕਹਿੰਦੇ ਕਿ ਮੈਂ ਕੜਾਹ ਪ੍ਰਸ਼ਾਦ ਦੀ ਦੇਗ ਜਿਹੜੀ ਹਫ਼ਤੇ 'ਚ 3 ਵਾਰ ਬਣਾਉਂਦਾ ਸਾਂ, ਭੇਟਾ ਰੱਖ ਕੇ ਮਾਇਆ। ਉਹ ਵੀ ਕਹਿਣ ਲੱਗੇ ਵੀ ਮੈਂ ਤੁਹਾਡੇ ਕੋਲੋਂ ਤੁਹਾਡੀ ਵੀਡੀਓ ਦੇ ਵਿੱਚੋਂ ਹੀ ਇਹ ਸੁਣਿਆ ਸੀ ਵਾ ਵੀ ਇੱਦਾਂ ਮਹਾਰਾਜ ਕੋਲੇ ਭੇਟਾ ਕਰੀਏ ਤੇ ਅਰਦਾਸ ਸਫਲ ਹੁੰਦੀ। ਸੋ ਕਹਿੰਦੇ ਮੈਂ ਉਸ ਦਿਨ ਤੋਂ ਬਾਅਦ ਫਿਰ ਦੇਗ ਬਣਾਉਣੀ ਸ਼ੁਰੂ ਕਰਤੀ। ਭਾਈ ਜਿਹੜੇ ਅੰਮ੍ਰਿਤ ਵੇਲੇ ਉੱਠਦੇ ਨੇ ਕੋਸ਼ਿਸ਼ ਕਰਿਆ ਕਰੋ, ਜੇ ਰੋਜ਼ ਨਹੀਂ ਬਣਾ ਸਕਦੇ ਹਰ ਹਫ਼ਤੇ ਹਰ ਐਤਵਾਰ ਸ਼ਹੀਦੀ ਦੇਗ ਵੇਲੇ ਜਾਂ ਸ਼ਹੀਦੀ ਚੁਪਹਿਰਾ ਕੱਟਣ ਵਾਲੇ ਸ਼ਹੀਦਾਂ ਸਿੰਘਾਂ ਦਾ, ਉਸ ਵੇਲੇ ਜੋਤ ਬਣਾ ਕੇ ਚੁਪਹਿਰਾ ਕੱਟ ਕੇ ਉਹਨੂੰ ਭੋਗ ਜ਼ਰੂਰ ਲਵਾਇਆ ਕਰੋ। ਉਹਦੇ ਵਿੱਚ ਸਤਿਗੁਰੂ ਜੀਆਂ ਦੀ ਵੱਡੀ ਖੁਸ਼ੀ ਹੈ। ਸੋ ਭਾਈ ਘਰ ਵਿੱਚ ਰਗੜਾ ਲਾਉਣਾ ਵੀ ਸ਼ੁਰੂ ਕਰੋ ਜੇ ਤੁਸੀਂ ਕਰ ਸਕਦੇ ਆ, ਮਿਹਨਤੀ ਹੈ। ਨਾਲੇ ਉਹ ਜਿਹੜਾ ਰਗੜਾ ਹੁੰਦਾ ਖਾਲਸਾ ਜੀ ਉਹ ਸਰੀਰ ਵਾਸਤੇ ਚੰਗਾ ਵੀ ਹੁੰਦਾ, ਦੇਹੀ ਵਾਸਤੇ ਚੰਗਾ ਹੁੰਦਾ, ਗਰਮੀਆਂ ਵਾਸਤੇ ਠੰਡਾ ਹੁੰਦਾ। ਸੋ ਬਾਕੀ ਜਿਹੜਾ ਸ਼ਹੀਦਾਂ ਸਿੰਘਾਂ ਦੇ ਦਰ 'ਤੇ ਅਰਦਾਸ ਕਰਾਉਣੀ ਹੈ, ਬੇਅੰਤ ਇਹੋ ਜਿਹੀਆਂ ਹੱਡ ਬੀਤੀਆਂ ਖਾਲਸਾ ਜੀ ਆ ਗਈਆਂ ਨੇ ਜਿਨ੍ਹਾਂ ਦੀ ਦੇਗ ਦਾਸਰੇ ਨੇ ਕਰਾਈ ਸੀ, ਤੇ ਉਹ ਵਾਰ-ਵਾਰ ਹੁਣ ਘੁੰਮ ਕੇ ਦੱਸਦੇ ਨੇ ਸਾਡਾ ਵੀ ਕਾਰਜ ਹੋ ਗਿਆ, ਸਾਡਾ ਕਾਰਜ ਹੋ ਗਿਆ। ਸੋ ਵੀ ਕਿਸੇ ਦਿਨ ਮੈਂ ਕੋਸ਼ਿਸ਼ ਕਰੂੰਗਾ ਵੀ 2-2 ਸਿੰਘਾਂ ਦੀ 2-2 ਅਰਦਾਸਾਂ ਦੀ ਵੀਡੀਓ ਬਣਾਵਾਂ, ਕਿਉਂਕਿ ਮੇਰੇ ਕੋਲ ਜਿੰਨੀਆਂ ਆ ਗਈਆਂ ਨੇ ਜੇ ਕੱਲੀ ਬਣਾਵਾਂ ਬਹੁਤ ਸਮਾਂ ਲੱਗ ਜਾਣਾ। ਸੋ ਧੰਨ ਬਾਬਾ ਦੀਪ ਸਿੰਘ ਸਾਹਿਬ ਤੁਹਾਨੂੰ ਸਾਰਿਆਂ ਨੂੰ ਖੁਸ਼ੀਆਂ ਬਖਸ਼ਣ। ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਤੁਹਾਡੇ ਹਿਰਦੇ ਵਿੱਚ ਆਪਣਾ ਪ੍ਰੇਮ ਲਾਉਣ, ਗੁਰਸਿੱਖੀ ਜੀਵਨ ਮਿਲੇ, ਅੰਮ੍ਰਿਤ ਵੇਲਾ ਸਾਰਿਆਂ ਨੂੰ ਪ੍ਰਾਪਤ ਹੋਵੇ। ਸਤਿਗੁਰ ਕਲਗੀਧਰ ਪਾਤਸ਼ਾਹ ਮਹਾਰਾਜ ਧੰਨ ਧੰਨ ਮਾਤਾ ਸਾਹਿਬ ਦੇਵਾਂ ਕੌਰ ਜੀ ਆਪਣੇ ਬੱਚਿਆਂ ਤੇ ਮਿਹਰ ਭਰਿਆ ਹੱਥ ਰੱਖਣ, ਦੇਸਾਂ ਪ੍ਰਦੇਸਾਂ ਵਿੱਚ ਸਤਿਗੁਰ ਸਹਾਈ ਹੋਣ, ਭੁੱਲਾਂ ਦੀ ਖਿਮਾ ਬਖਸ਼ ਦੇਣੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।